ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਫਿਰ ਤੋਂ ਹਾਜ਼ਰ ਹੋਈ ਹਾਂ ਇੰਗਲਿਸ਼ ਟੂ ਪੰਜਾਬੀ ਟਰਾਂਸਲੇਸ਼ਨ ਦਾ ਅਗਲਾ ਭਾਗ ਲੈ ਕੇ। ਇਸ ਵੀਡੀਓ ਵਿੱਚ ਮੈਂ ਅੰਗਰੇਜ਼ੀ ਦੇ ਅਜਿਹੇ 30 ਸ਼ਬਦ ਲਏ ਹਨ ਜਿਨ੍ਹਾਂ ਦਾ ਪੰਜਾਬੀ ਵਿੱਚ ਕੀ ਅਰਥ ਹੁੰਦਾ ਹੈ ਉਹ ਅਸੀਂ ਸਮਝਾਂਗੇ, ਅਤੇ ਉਹਨਾਂ ਸ਼ਬਦਾਂ ਦਾ ਪੰਜਾਬੀ ਵਿੱਚ ਸਹੀ ਉਚਾਰਨ ਕਿਵੇਂ ਕੀਤਾ ਜਾਂਦਾ ਹੈ, ਕਿਵੇਂ ਪ੍ਰੋਨਾਊਂਸ ਕੀਤਾ ਜਾਂਦਾ ਹੈ ਇਹ ਸਮਝਾਂਗੇ, ਅਤੇ ਨਾਲ ਹੀ ਲਿਖਿਆ ਕਿਵੇਂ ਜਾਂਦਾ ਹੈ, ਮਤਲਬ ਕਿ ਸਪੈਲਿੰਗਸ ਕੀ ਹੁੰਦੇ ਹਨ ਇਹ ਅਸੀਂ ਦੇਖਾਂਗੇ। ਜੋ ਵਰਡਸ ਮੈਂ ਲੈਣ ਜਾ ਰਹੀ ਹਾਂ ਉਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਹੀ ਆਮ ਵਰਤੋਂ ਵਿੱਚ ਆਉਂਦੇ ਹਨ, ਪਰ ਜਦੋਂ ਅਸੀਂ ਸੋਚਦੇ ਹਾਂ ਕਿ ਪੰਜਾਬੀ ਵਿੱਚ ਇਹਨਾਂ ਨੂੰ ਕੀ ਕਿਹਾ ਜਾਣਾ ਚਾਹੀਦਾ ਹੈ ਤਾਂ ਇੱਕੋ ਦਮ ਇੰਸਟੈਂਟਲੀ ਦਿਮਾਗ ਵਿੱਚ ਨਹੀਂ ਆਉਂਦਾ। ਤਾਂ ਕੋਸ਼ਿਸ਼ ਕਰੋ ਕਿ ਜਦੋਂ ਮੈਂ ਕੋਈ ਇੰਗਲਿਸ਼ ਦਾ ਵਰਡ ਬੋਲ ਰਹੀ ਹਾਂ ਤਾਂ ਤੁਸੀਂ 2 ਸੈਕਿੰਡ ਲਾ ਕੇ ਸੋਚੋ ਕਿ ਪੰਜਾਬੀ ਵਿੱਚ ਇਸ ਨੂੰ ਕੀ ਕਿਹਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਤੁਹਾਡੀ ਗ੍ਰਿਪ ਸਟਰੋਂਗ ਹੋ ਜਾਏਗੀ ਇਹਨਾਂ ਸ਼ਬਦਾਂ ਦੇ ਉੱਪਰ। ਠੀਕ ਹੈ ਜੀ, ਸਟਾਰਟ ਕਰਦੇ ਹਾਂ ਪਹਿਲੇ ਸ਼ਬਦ ਤੋਂ। ਪਹਿਲਾ ਸ਼ਬਦ ਹੈ ਅਪਰੂਵਲ। ਜਿਵੇਂ ਅਸੀਂ ਕਹਿੰਦੇ ਨਾ ਅਪਰੂਵਲ ਲੈਣਾ, ਅਪਰੂਵਲ ਲੈਣਾ ਪੰਜਾਬੀ ਵਿੱਚ ਕੀ ਕਹਾਂਗੇ? ਪ੍ਰਵਾਨਗੀ ਲੈਣਾ, ਪ੍ਰਵਾਨਗੀ। ਠੀਕ ਹੈ ਜੀ, ਪ੍ਰਵਾਨਗੀ ਲੈਣਾ, ਕਿਸੇ ਚੀਜ਼ ਦੀ ਮਨਜ਼ੂਰੀ ਲੈਣਾ। ਸੈਂਟੈਂਸ ਬਣਾ ਲੈਂਦੇ ਹਾਂ ਇਸ ਦਾ ਕੋਈ, ਜਿਵੇਂ ਅਪਰੂਵਲ ਆਫ ਕੋਰਟ ਇਜ਼ ਮੈਂਡੇਟਰੀ ਇਨ ਦਿਸ ਕੇਸ। ਅਪਰੂਵਲ ਆਫ ਕੋਰਟ ਇਜ਼ ਮੈਂਡੇਟਰੀ ਇਨ ਦਿਸ ਕੇਸ, ਮੈਂਡੇਟਰੀ ਇਨ ਦਿਸ ਕੇਸ। ਠੀਕ ਹੈ ਜੀ, ਹੁਣ ਜੇ ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਨਾ ਹੋਵੇ ਇਸ ਸੈਂਟੈਂਸ ਨੂੰ, ਤਾਂ ਅਪਰੂਵਲ ਤਾਂ ਹੋ ਗਿਆ ਪ੍ਰਵਾਨਗੀ, ਕੋਰਟ ਨੂੰ ਕਿਹਾ ਜਾਂਦਾ ਹੈ ਅਦਾਲਤ, ਅਦਾਲਤ। ਮੈਂਡੇਟਰੀ ਲਾਜ਼ਮੀ ਕਹਿ ਸਕਦੇ ਹਾਂ, ਜ਼ਰੂਰੀ ਕਹਿ ਸਕਦੇ ਹਾਂ। ਠੀਕ ਹੈ ਜੀ, ਕੇਸ ਨੂੰ ਕੇਸ ਵੀ ਕਿਹਾ ਜਾ ਸਕਦਾ ਹੈ, ਮਸਲਾ ਵੀ ਕਿਹਾ ਜਾ ਸਕਦਾ ਹੈ। ਜਦੋਂ ਵੀ ਅਸੀਂ ਕੋਈ ਸੈਂਟੈਂਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਨਾ ਹੈ ਤਾਂ ਉਸ ਸੈਂਟੈਂਸ ਦੇ ਵਿੱਚ ਜਿੰਨੇ ਵੀ ਸ਼ਬਦ ਆਏ ਹੈ ਇੰਗਲਿਸ਼ ਦੇ, ਉਹਨਾਂ ਨੂੰ ਪੰਜਾਬੀ ਦੇ ਵਿੱਚ ਸੋਚਣਾ ਪਏਗਾ ਕਿ ਇਸ ਵਰਡ ਦਾ ਪੰਜਾਬੀ ਵਿੱਚ ਕੀ ਮੀਨਿੰਗ ਹੈ, ਇਸ ਵਰਡ ਦਾ ਪੰਜਾਬੀ ਵਿੱਚ ਕੀ ਮੀਨਿੰਗ ਹੈ, ਇਸ ਵਰਡ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ। ਤਾਂ ਹੀ ਤੁਸੀਂ ਇੱਕ ਸੈਂਟੈਂਸ ਨੂੰ ਫਰੇਮ ਕਰ ਸਕਦੇ ਹੋ, ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਸਕਦੇ ਹੋ। ਜਿਵੇਂ ਅਪਰੂਵਲ ਹੋ ਗਿਆ ਪ੍ਰਵਾਨਗੀ, ਕੋਰਟ ਹੋ ਗਿਆ ਅਦਾਲਤ, ਮੈਂਡੇਟਰੀ ਹੋ ਗਿਆ ਲਾਜ਼ਮੀ, ਅਤੇ ਕੇਸ ਹੋ ਗਿਆ ਮਸਲਾ। ਹੁਣ ਅਸੀਂ ਇਸ ਨੂੰ ਟਰਾਂਸਲੇਟ ਕਰਦੇ ਹਾਂ। ਇਸ ਮਸਲੇ ਵਿੱਚ, ਇਸ ਕੇਸ ਵਿੱਚ ਜਾਂ ਇਸ ਮਸਲੇ ਵਿੱਚ ਅਦਾਲਤ ਦੀ, ਕੋਰਟ ਹੈ ਨਾ, ਅਦਾਲਤ ਦੀ ਅਪਰੂਵਲ ਯਾਨੀ ਪ੍ਰਵਾਨਗੀ, ਅਦਾਲਤ ਦੀ ਪ੍ਰਵਾਨਗੀ ਲਾਜ਼ਮੀ ਹੈ, ਮੈਂਡੇਟਰੀ ਹੈ ਨਾ, ਲਾਜ਼ਮੀ ਹੈ। ਠੀਕ ਹੈ ਜੀ, ਇਸ ਤਰ੍ਹਾਂ ਸਾਡਾ ਇਹ ਸੈਂਟੈਂਸ ਜਿਹੜਾ ਟਰਾਂਸਲੇਟ ਹੋ ਗਿਆ ਪੰਜਾਬੀ ਦੇ ਵਿੱਚ। ਤੁਸੀਂ ਦੇਖਿਆ ਹੋਣਾ ਕਿ ਇੱਕ ਸ਼ਬਦ ਦੇ ਨਾਲ ਅਪਰੂਵਲ ਸ਼ਬਦ ਅਸੀਂ ਕਰ ਰਹੇ ਸੀ ਤਾਂ ਸੈਂਟੈਂਸ ਦੇ ਨਾਲ ਕੀ ਹੋਇਆ ਸੀ, 3 ਨਵੇਂ ਹੋਰ ਵਰਡਸ ਦਾ ਮੀਨਿੰਗ ਦੇਖ ਲਿਆ ਕਿ ਪੰਜਾਬੀ ਵਿੱਚ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜਾਂ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ। ਠੀਕ ਹੈ ਜੀ, ਇਸੇ ਤਰ੍ਹਾਂ ਅਗਲਾ ਵਰਡ ਜਿਹੜਾ ਹੈ ਉਹ ਹੈ ਇੰਸਟਰਕਸ਼ਨਸ। ਇੰਸਟਰਕਸ਼ਨਸ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ, ਜਿਵੇਂ ਅਸੀਂ ਕਹਿੰਦੇ ਨਾ ਇੰਸਟਰਕਸ਼ਨਸ ਦੇਣਾ, ਇੰਸਟਰਕਟ ਕਰਨਾ, ਤਾਂ ਪੰਜਾਬੀ ਵਿੱਚ ਕਿਹਾ ਜਾਏਗਾ ਹਦਾਇਤਾਂ ਦੇਣਾ, ਹਦਾਇਤਾਂ ਕਹਿ ਸਕਦੇ ਹਾਂ, ਨਿਰਦੇਸ਼ ਵੀ ਕਹਿ ਸਕਦੇ ਹਾਂ, ਨਿਰਦੇਸ਼, ਹਦਾਇਤਾਂ ਜਾਂ ਨਿਰਦੇਸ਼। ਜਿਵੇਂ ਸੈਂਟੈਂਸ ਹੋ ਗਿਆ ਸਟੂਡੈਂਟਸ ਵਰ ਫੋਲੋਇੰਗ ਦ ਇੰਸਟਰਕਸ਼ਨਸ ਗਿਵਨ ਬਾय ਟੀਚਰ, ਸਟੂਡੈਂਟਸ ਵਰ following the instructions given by the teacher। ठीक है, स्टूडेंट्स हो गया विद्यार्थी, फॉलो कर रहे सन यानी पालन कर रहे सन, इंस्ट्रक्शंस यानी हदायतां, गिवन बाय दित्तियां गईयां, टीचर अध्यापक या सिक्खक भी कह सकते हैं। ठीक है, तो सेंटेंस किद्दां ट्रांसलेट होया? विद्यार्थी टीचर, टीचर ਨੂੰ ਕੀ ਕਿਹਾ ਸੀ? ਅਧਿਆਪਕ, ਵਿਦਿਆਰਥੀ ਅਧਿਆਪਕ ਵੱਲੋਂ, ਅਧਿਆਪਕ ਵੱਲੋਂ ਦਿੱਤੀਆਂ ਗਈਆਂ ਇੰਸਟਰਕਸ਼ਨਸ, ਹਦਾਇਤਾਂ, ਹਦਾਇਤਾਂ ਦਾ ਪਾਲਣ कर रहे सन। पास्ट टेंस है ना, वर, कर रहे सन। ठीक है जी, अगला शब्द है एंटरप्रेन्योर। एंटरप्रेन्योर ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਉਦਮੀ, ਉਦਮੀ। ਠੀਕ ਹੈ ਜੀ, ਤਾਂ एंटरप्रेन्योर ਦਾ ਸੈਂਟੈਂਸ ਜਿਵੇਂ ਹੀ ਇਜ਼ ਅ ਵੈਲ ਨੋਨ एंटरप्रेन्योर, ਹੀ ਇਜ਼ ਅ ਵੈਲ ਨੋਨ एंटरप्रेन्योर,
ही ਉਹ ਇੱਕ ਵੈਲ ਨੋਨ यानी प्रसिद्ध कह सकते हैं वैल नोन ਨੂੰ प्रसिद्ध उद्यमी है ਉਹ एक प्रसिद्ध उद्यमी है। ठीक है जी। अगला शब्द है बिजनेस दोनों शब्द ना इकट्ठे देख लैंदे आ बिजनेस ते मैਨੂਫੈਕਚਰਿੰਗ एक ही सेंटेंस बना लवांगे इन्हां दा। बिजनेस नूं कारोबार कहा जाता है पंजाबी विच। ठीक है। तो मैਨੂਫੈਕਚਰਿੰਗ नूं कहा जाता है उत्पादन किसी चीज़ का उत्पादन करना ठीक है जी। जिवें हुण सेंटेंस बना लैंदे आ ही इज़ इन द बिजनेस ऑफ मैਨੂਫੈਕਚਰਿੰग शर्ट्स ही इज़ इन द बिजनेस ऑफ मैਨੂਫੈਕਚਰਿੰग शर्ट्स। इसनूं ट्रांसलेट करके देखते हैं। ही हो गया ओहो। ठीक है। बिजनेस हो गया कारोबार, मैਨੂਫੈਕਚਰਿੰਗ हो गया उत्पादन, शर्ट्स नूं कहा जाता है कमीज़ां। ठीक है। इस तरह असीं कह सकते हैं ओहो। तुसीं खुद भी ट्राई करो नाल दे नाल। ओह कमीज़ां दे उत्पादन दे कारोबार विच है। ठीक है। या फिर ओह कमीज़ां दे उत्पादन का कारोबार करता है। ठीक है जी। इस तरह साढ़े दोनों वर्ड्स हो गए कारोबार उत्पादन यानी बिजनेस ते मैਨੂਫੈਕਚਰਿੰग। इस दे नाल ही अगला शब्द देखते हैं एप्रीशिएट नूं कहा जाता है कदर करना कह सकते हाँ, सलाहना कह सकते हाँ, सलाहना। ठीक है। कदर करना या सलाहना। जिमें आई एप्रीशिएट योर एफर्ट्स। हुण एप्रीशिएट तो हो गया कदर करना, योर हो गया तुहाडा, आई हो गया मैं। एफर्ट्स नूं की कहा जाएगा? एफर्ट्स नूं कहा जाएगा कोशिशां। तो मैं तुहाडी कोशिशां दी सलाहना करदा हाँ या कदर करदा हाँ। सलाहना भी कह सकते हाँ या कदर भी कह सकते हैं। कदर करदा हाँ। ठीक है जी। हुण अगला शब्द देखिए मॉडर्न नूं कहा जाएगा आधुनिक। जिवें मॉडर्न सोसाइटी कह लो, असीं कहने हैं ना मॉडर्न सोसाइटी। मॉडर्न तो हो गया आधुनिक, सोसाइटी हो गया समाज। तो आधुनिक समाज। ठीक है। इस दे नाल ही ना एक वर्ड निकल के आंदा है मॉडर्न तो ही जिहड़ा बनिया मॉडर्नाइजेशन। उसनूं भी देख लैंदे आ नाल ही। मॉडर्नाइजेशन नूं की कहांगे? आधुनिकीकरण। स्पैलिंग थोड़ा ध्यान नाल। आधुनिकीकरण। ठीक है जी। आधुनिकीकरण। इस तरह मॉडर्न तो ही ये वर्ड बनया मॉडर्नाइजेशन। ठीक है। थोड़ा लिखन विच ध्यान नाल, स्पैलिंग दी मिस्टेक ना होए। अगला शब्द है पेंडेमिक। बहुत ही ज़्यादा यूज़ हो रहा आजकल। पेंडेमिक नूं कहा जाता है महामारी। ठीक है जी। हुण इसदा भी कोई सेंटेंस बना लैंदे आ। जिवें एवरीवन इज़ सफरिंग ड्यू टू दिस पेंडेमिक। एवरीवन इज़ सफरिंग ड्यू टू दिस पेंडेमिक। ठीक है। हुण पेंडेमिक तो हो गया महामारी। एवरीवन नूं हर एक भी कह सकते हैं, हरेक भी कह सकते हैं। ठीक है। इस तरह लिख सकते हैं। हरेक भी लिखा जा सकता है या वखरा भी लिख सकते हैं, हर एक। ठीक है जी। सफरिंग यानी दुखी है। ड्यू टू इस दी वजह नाल, किस दी वजह नाल? पेंडेमिक महामारी दी वजह नाल। तो असीं कह सकते हैं हरेक या हर एक। इस दिस है ना, इस पेंडेमिक महामारी, इस महामारी तो दुखी है। ठीक है जी। हर एक इस महामारी तो दुखी है।
अगला शब्द है इंस्ट्रूमेंट्स। इंस्ट्रूमेंट्स जिवें ਅਸੀਂ ਕਹਿੰਦੇ ਨਾ म्यूजिकल इंस्ट्रूमेंट्स, मैडिकल इंस्ट्रूमेंट्स, ਤਾਂ इंस्ट्रूमेंट्स ਨੂੰ ਕੀ ਕਿਹਾ ਜਾਏਗਾ? ਸਾਧਨ। म्यूजिक ਦੇ ਸਾਧਨ ਜਾਂ ਮੈਡੀਕਲ ਦੇ ਸਾਧਨ, ਸਾਧਨ ਵੀ ਕਹਿ ਸਕਦੇ ਹਾਂ, ਯੰਤਰ ਵੀ ਕਹਿ ਸਕਦੇ ਹਾਂ, ਉਪਕਰਨ ਵੀ ਕਹਿ ਸਕਦੇ ਹਾਂ, ਉਪਕਰਨ। ਠੀਕ ਹੈ ਜੀ। ਜਿਵੇਂ ਮੈਡੀਕਲ ਇੰਸਟਰੂਮੈਂਟਸ, ਮੈਡੀਕਲ ਇੰਸਟਰੂਮੈਂਟਸ, ਹੁਣ ਮੈਡੀਕਲ ਇੰਸਟਰੂਮੈਂਟਸ, ਮੈਡੀਕਲ ਨੂੰ ਮੈਡੀਕਲ ਹੀ ਲਿਖਿਆ ਜਾਂਦਾ ਪੰਜਾਬੀ ਦੇ ਵਿੱਚ। ਮੈਡੀਕਲ ਇੰਸਟਰੂਮੈਂਟਸ ਨੂੰ ਉਪਕਰਨ, ਸਾਧਨ, ਯੰਤਰ ਜਾਂ ਉਪਕਰਨ, ਤਾਂ ਲਿਖ ਰਹੀ ਹਾਂ ਉਪਕਰਨ। ਠੀਕ ਹੈ, ਮੈਡੀਕਲ ਉਪਕਰਨ। ਇਸੇ ਤਰ੍ਹਾਂ ਮਿਊਜ਼ੀਕਲ ਵੀ ਹੁੰਦਾ ਨਾ, ਮਿਊਜ਼ੀਕਲ ਇੰਸਟਰੂਮੈਂਟਸ, ਤਾਂ ਮਿਊਜ਼ੀਕਲ ਇੰਸਟਰੂਮੈਂਟਸ ਨੂੰ ਕੀ ਕਿਹਾ ਜਾਏਗਾ? ਮਿਊਜ਼ੀਕਲ ਨੂੰ ਕੀ ਕਿਹਾ ਜਾਂਦਾ ਹੈ? ਸੰਗੀਤ ਦੇ ਨਾਲ ਰਿਲੇਟਡ ਹੈ ਨਾ, ਮਿਊਜ਼ਿਕ ਦੇ ਨਾਲ ਰਿਲੇਟਡ ਹੈ, ਤਾਂ ਮਿਊਜ਼ੀਕਲ ਯਾਨੀ ਸੰਗੀਤਕ, ਸੰਗੀਤਕ। ਇੰਸਟਰੂਮੈਂਟਸ ਸਾਧਨ। ਠੀਕ ਹੈ, ਸੰਗੀਤਕ ਸਾਧਨ ਜਾਂ ਸੰਗੀਤਕ ਯੰਤਰ। ਠੀਕ ਹੈ, ਇਸ ਦੇ ਨਾਲ ਹੀ ਅਗਲਾ ਸ਼ਬਦ ਹੈ ਟੈਨੈਂਟ। ਟੈਨੈਂਟ ਉਹ ਹੁੰਦਾ ਜਿਹੜਾ ਰੈਂਟ 'ਤੇ ਰਹਿੰਦਾ ਹੈ, ਯਾਨੀ ਕਿਰਾਏ 'ਤੇ ਰਹਿੰਦਾ ਹੈ, ਤਾਂ ਉਸ ਤੋਂ ਹੀ ਸ਼ਬਦ ਬਣਿਆ ਕਿਰਾਏਦਾਰ। ਟੈਨੈਂਟ ਕਿਰਾਏਦਾਰ। ਠੀਕ ਹੈ, ਟੈਨੈਂਟ ਹੈਜ਼ ਪੇਡ ਦ ਰੈਂਟ, ਤਾਂ ਕਿਰਾਏਦਾਰ ਨੇ ਆਪਣਾ ਕਿਰਾਇਆ ਦੇ ਦਿੱਤਾ ਹੈ। ਠੀਕ ਹੈ ਜੀ। ਲੈਂਡਲॉर्ड ਹੋ ਗਿਆ ਮਕਾਨ ਮਾਲਕ, ਮਕਾਨ ਮਾਲਕ। ਠੀਕ ਹੈ ਜੀ। ਲੈਂਡਲॉर्ड ਨੂੰ ਕਿਹਾ ਜਾਂਦਾ ਹੈ ਮਕਾਨ ਮਾਲਕ। ਜਿਵੇਂ ਦ ਲੈਂਡਲॉर्ड हैज़ चार्ज द रेंट ਜਾਂ ਲੈਂਡਲॉर्ड हैज़ रिसीव्ड द रेंट, ਤਾਂ ਮਕਾਨ ਮਾਲਕ ਨੇ ਕਿਰਾਇਆ ਵਸੂਲ ਕਰ ਲਿਆ ਹੈ। ਠੀਕ ਹੈ ਜੀ। ਅਗਲਾ ਸ਼ਬਦ ਹੈ ਮੇਬੀ। ਮੇਬੀ ਨੂੰ ਕਹਿੰਦੇ ਆ ਸ਼ਾਇਦ, ਮੇਬੀ ਇਟ ਹੈਪਨਸ, ਸ਼ਾਇਦ ਇਸ ਤਰ੍ਹਾਂ ਹੋ ਜਾਏ। ਬਹੁਤ ਹੀ ਸਿੰਪਲ ਜਿਹਾ ਵਰਡ ਹੈ। ਅਗਲਾ ਸ਼ਬਦ ਹੈ ਐਕਸਕਿਊਜ਼ ਮੀ। ਅਸੀਂ ਕਹਿੰਦੇ ਨਾ ਐਕਸਕਿਊਜ਼ ਮੀ, ਤਾਂ ਐਕਸਕਿਊਜ਼ ਮੀ ਨੂੰ ਕਿਹਾ ਜਾਂਦਾ ਹੈ ਮੈਨੂੰ ਮਾफ़ ਕਰਨਾ, ਮੈਨੂੰ ਮਾफ़ ਕਰਨਾ। ਠੀਕ ਹੈ ਜੀ। ਇਹ ਵੀ ਬਹੁਤ ਸਿੰਪਲ ਵਰਡ ਹੈ, ਜਾਂ ਮੈਨੂੰ ਮਾफ़ ਕਰਨਾ ਜਾਂ ਮੈਨੂੰ ਮਾफ़ ਕਰੋ। ਠੀਕ ਹੈ। ਅਗਲਾ ਸ਼ਬਦ ਹੈ ਟਰੈਵਲਿੰਗ। ਟਰੈਵਲਿੰਗ ਕਰਨਾ ਯਾਨੀ ਯਾਤਰਾ ਕਰਨਾ, ਯਾਤਰਾ ਕਹਿ ਸਕਦੇ ਹਾਂ। ਠੀਕ ਹੈ, ਘੁੰਮਣਾ ਫਿਰਨਾ ਕਹਿ ਸਕਦੇ ਹਾਂ। ਟਰੈਵਲਿੰਗ ਯਾਤਰਾ। ਜਿਵੇਂ ਆਈ ਲਵ ਟਰੈਵਲਿੰਗ, ਆਈ ਲਵ ਟਰੈਵਲਿੰਗ, ਮੈਨੂੰ ਘੁੰਮਣਾ ਪਸੰਦ ਹੈ ਜਾਂ ਮੈਨੂੰ ਯਾਤਰਾ ਕਰਨਾ ਪਸੰਦ ਹੈ। ਠੀਕ ਹੈ ਜੀ। ਅਗਲਾ ਸ਼ਬਦ ਹੈ ਕ੍ਰੋਨੋਲੋਜੀਕਲ ਆਰਡਰ। ਕ੍ਰੋਨੋਲੋਜੀਕਲ ਆਰਡਰ ਦਾ ਇੰਗਲਿਸ਼ ਦੇ ਵਿੱਚ ਕੀ ਮੀਨਿੰਗ ਹੁੰਦਾ ਹੈ? ਤਾਂ ਜਿਵੇਂ ਅਸੀਂ ਕਹਿੰਦੇ ਨਾ ਕੋਈ ਵੀ ਟ੍ਰਾਂਜੈਕਸ਼ਨਸ ਲੈ ਲਓ ਜਾਂ ਕੋਈ ਵੀ ਈਵੈਂਟਸ ਲੈ ਲਓ, ਕੋਈ ਵੀ ਈਵੈਂਟਸ ਨੂੰ ਜੇ ਅਸੀਂ ਕ੍ਰੋਨੋਲੋਜੀਕਲ ਆਰਡਰ 'ਚ ਸੈੱਟ ਕਰਨਾ, ਦੈਟ ਮੀਨਸ ਅਸੀਂ ਜਿਸ ਤਰ੍ਹਾਂ ਉਹ ਈਵੈਂਟਸ ਹੋ ਰਹੇ ਹਨ, ਐਜ਼ ਐਂਡ ਵੈਨ ਦੇ ਅਕਰ, ਅਸੀਂ ਉਸ ਆਰਡਰ 'ਚ ਉਹਨਾਂ ਨੂੰ ਲੈਣਾ ਹੈ। ਤਾਂ ਇਸ ਆਰਡਰ ਨੂੰ, ਕ੍ਰੋਨੋਲੋਜੀਕਲ ਆਰਡਰ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਇਤਿਹਾਸਕ ਕ੍ਰਮ। ਇਤਿਹਾਸਕ ਕ੍ਰਮ। ਅਰੇਂਜ ਦ ਫੋਲੋਇੰਗ ਇਨਸੀਡੈਂਟਸ ਇਨ ਦ ਕ੍ਰੋਨੋਲੋਜੀਕਲ ਆਰਡਰ। ਇਹਨਾਂ ਘਟਨਾਵਾਂ ਨੂੰ ਇਤਿਹਾਸਕ ਕ੍ਰਮ ਵਿੱਚ ਲਗਾਓ। ਠੀਕ ਹੈ, ਇਹਨਾਂ ਘਟਨਾਵਾਂ ਨੂੰ ਇਤਿਹਾਸਕ ਕ੍ਰਮ ਵਿੱਚ ਲਗਾਓ, ਕ੍ਰੋਨੋਲੋਜੀਕਲ ਆਰਡਰ ਵਿੱਚ ਲਗਾਓ। ਠੀਕ ਹੈ। ਅਗਲਾ ਸ਼ਬਦ ਹੈ ਇਨਫਰਾਸਟ੍ਰਕਚਰ। ਇਨਫਰਾਸਟ੍ਰਕਚਰ ਕਿਸੇ ਵੀ ਚੀਜ਼ ਦੀ ਬਣਤਰ ਕਹਿ ਸਕਦੇ ਹਾਂ, ਬੁਨਿਆਦੀ ਢਾਂਚਾ ਕਹਿ ਸਕਦੇ ਹਾਂ। ਠੀਕ ਹੈ, ਇਨਫਰਾਸਟ੍ਰਕਚਰ ਬੁਨਿਆਦੀ ਢਾਂਚਾ। ਇਨਫਰਾਸਟ੍ਰਕਚਰ ਹੋ ਗਿਆ ਕਿਸੇ ਵੀ ਚੀਜ਼ ਦਾ ਬੁਨਿਆਦੀ ਢਾਂਚਾ। ਜਿਵੇਂ ਸੈਂਟੈਂਸ ਲੈ ਲੈਂਦੇ ਹਾਂ, ਦ ਗਵਰਨਮੈਂਟ ਸ਼ੁੱਡ ਸਪੈਂਡ ਮੋਰ ਔਨ ਇਨਫਰਾਸਟ੍ਰਕਚਰ। ਠੀਕ ਹੈ, ਦ ਗਵਰਨਮੈਂਟ ਸ਼ੁੱਡ ਸਪੈਂਡ ਮੋਰ ਔਨ ਇਨਫਰਾਸਟ੍ਰਕਚਰ। ਸਰਕਾਰ ਨੂੰ, ਗਵਰਨਮੈਂਟ ਹੋ ਗਿਆ ਸਰਕਾਰ, ਸਰਕਾਰ ਨੂੰ ਇਨਫਰਾਸਟ੍ਰਕਚਰ ਮਤਲਬ ਬੁਨਿਆਦੀ ਢਾਂਚਾ, ਬੁਨਿਆਦੀ ਢਾਂਚੇ 'ਤੇ ज़्यादा, मोर ज़्यादा, स्पेंड खर्च, खर्च करना चाहिदा है। शुड है ना, शुड,
ਚਾਹੀਦਾ ਹੈ। ਠੀਕ ਹੈ ਜੀ, ਸਰਕਾਰ ਨੂੰ ਬੁਨਿਆਦੀ ਢਾਂਚੇ ਤੇ ਜ਼ਿਆਦਾ ਖਰਚ ਕਰਨਾ ਚਾਹੀਦਾ ਹੈ। ਅਗਲਾ ਵਰਡ ਹੈ ਸਿਚੁਏਸ਼ਨ। ਸਿਚੁਏਸ਼ਨ ਹੋ ਗਿਆ ਸਥਿਤੀ। ਦ ਸਿਚੁਏਸ਼ਨ ਇਜ਼ ਵੈਰੀ ਕ੍ਰਿਟੀਕਲ। ਸਥਿਤੀ ਬਹੁਤ ਹੀ ਗੰਭੀਰ ਹੈ। ਦ ਸਿਚੁਏਸ਼ਨ इज़ वेरी क्रिटिकल। क्रिटिकल हो गया गंभीर। ठीक है, सिचुएशन हो गया स्थिति। ठीक है जी, अगला शब्द है एड। एड हो गया मदद। ठीक है, मदद, जिमें ही कुड नॉट गेट द रिक्वायर्ड एड, उसनू ज़रूरी मदद नहीं मिल पाई। बहुत ही सिंपल वर्ड सी। डोमैस्टिक, ਜਿਵੇਂ ਅਸੀਂ ਕਹਿੰਦੇ ਹਾਂ ਕਿ ਡੋਮੈਸਟਿਕ ਹੈਲਪ ਜਾਂ ਡੋਮੈਸਟਿਕ ਮੈਟਰ, ਤਾਂ ਡੋਮੈਸਟਿਕ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਏਗਾ? ਡੋਮੈਸਟਿਕ ਨੂੰ ਕਿਹਾ ਜਾਏਗਾ ਘਰੇਲੂ। ਠੀਕ ਹੈ, ਜਿਵੇਂ ਡੋਮੈਸਟਿਕ ਹੈਲਪ, ਡੋਮੈਸਟਿਕ ਹੈਲਪ यानी घरेलू मदद। ठीक है, डोमेस्टिक मैटर यानी घरेलू मैटर मतलब मसला, घरेलू मसला। इसी तरह असी कहने डोमैस्टिक फ्लाइट्स बहुत वर्ड यूज़ किया जाता है। डोमैस्टिक फ्लाइट्स, घरेलू फ्लाइट्स नू की कहा जाएगा? घरेलू उड़ाना। अगला शब्द है एफिडेविट। एफिडेविट बहुत ही ज़्यादा कोर्ट दे विच यूज़ हुंदा है वर्ड। एफिडेविट नू कहा जाता है हलफनामा। लल्ले दे पैर च बिंदी है, हलफनामा। ठीक है जी, इस दे नाल ही अगला शब्द है लॉकअप। लॉकअप हो गया हवालात। ठीक है जी, जिमें द एक्यूज्ड वॉज सेंट टू द लॉकअप या एक्यूज्ड इज कैप्ट इन द लॉकअप। एक्यूज्ड यानी दोषी नू हवालात विच कैप्टन रखा गया है। ठीक है जी, इस दे नाल ही अगला शब्द देख लैंदे रूल्स हुंदा है नियम। वी ऑल शुड फॉलो द रूल्स, सानू सारिਆਂ ਨੂੰ नियमां ਦੀ पालना करनी चाहिए है। ठीक है, इस दे नाल ही है वायलेट हो गया तोड़ना। वी शुड नॉट वायलेट द रूल्स, सानू नियमां नू नहीं तोड़ना चाहिए। दोनों शब्द कवर हो गए इस सेंटेंस च। अगला शब्द है कॉन्स्टिट्यूशनल। ये भी लॉ दे विच बहुत ही ज़्यादा यूज़ होंदा है। कॉन्स्टिट्यूशनल नू संवैधानिक कहा जाता है। संवैधानक। ठीक है, जिमें एक वर्ड यूज़ होंदा ना कॉन्स्टिट्यूशनल रेमेडीज़। ठीक है, संवैधानक रेमेडीज़ नू की कहांगे? उपचार, संवैधानक उपचार। ठीक है जी, संवैधानक उपचार। अगला शब्द देखते हैं एक्सक्लूडिड। एक्सक्लूडिड नू कहा जाता है बाहर रखना, एक्सक्लूड करना, किसी भी चीज़ तो बाहर रखना, एक्सक्लूड करना। ठीक है, एक्सक्लूड करना दा जिमें सेंटेंस ही वॉज एक्सक्लूडिड फ्रॉम द ग्रुप, उसनू ग्रुप की हो गया समूह कह सकते हैं, समूह विचों बाहर रखा गया। ठीक है, इस दे नाल ही अगला शब्द है कंड्यूसिव। जिमें दिस एनवायरनमेंट इज़ नॉट कंड्यूसिव टू साउंड स्लीप। ठीक है, दिस एनवायरनमेंट इज़ नॉट कंड्यूसिव टू साउंड स्लीप। तो कंड्यूसिव का मतलब होया अनुकूल, सहाई। अनुकूल कह सकते हैं, सहाई कह सकते हैं। यह वातावरण गहरी नींद लई अनुकूल कह लो या सहाई कह लो, अनुकूल नहीं है। नॉट कंड्यूसिव, अनुकूल नहीं है। ठीक है जी,
नॉट कंड्यूसिव, अनुकूल नहीं है। नैक्सट वर्ड है प्रिजर्वेशन। जिवें ਅਸੀਂ ਕਹਿੰਦੇ ਆ ਕਿ ਵਾਈਲਡ ਲਾਈਫ ਨੂੰ ਪ੍ਰੀਜ਼ਰਵ ਕਰੋ, ਫੋਰੈਸਟ ਲਾਈਫ ਨੂੰ ਪ੍ਰੀਜ਼ਰਵ ਕਰੋ, ਤਾਂ ਪ੍ਰੀਜ਼ਰਵ ਕਰੋ ਯਾਨੀ ਉਹਨਾਂ ਦੀ ਸੰਭਾਲ ਕਰੋ, ਸੰਭਾਲ ਕਰੋ। ਜੰਗਲਾਂ ਦੀ ਸੰਭਾਲ ਜ਼ਰੂਰੀ ਹੈ, ਠੀਕ ਹੈ, ਜੰਗਲਾਂ ਦੀ ਸੰਭਾਲ ਜ਼ਰੂਰੀ ਹੈ। ਅਗਲਾ ਸ਼ਬਦ ਆ ਗਿਆ, ਜਿੱਦਾਂ ਪ੍ਰੀਜ਼ਰਵ ਹੈ ਉੱਦਾਂ ਹੀ ਪ੍ਰੋਟੈਕਟ ਹੁੰਦਾ ਹੈ। ਪ੍ਰੋਟੈਕਟ ਨੂੰ ਕਿਹਾ ਜਾਂਦਾ ਹੈ ਸੁਰੱਖਿਆ ਕਰਨੀ, ਸੁਰੱਖਿਅਤ ਰੱਖਣਾ, ਠੀਕ ਹੈ, ਸੁਰੱਖਿਆ, ਰੱਖਿਆ, ਸੁਰੱਖਿਆ, ਠੀਕ ਹੈ ਜੀ। ਜਿਵੇਂ ਯੋਰ ਪ੍ਰੋਟੈਕਸ਼ਨ ਇਜ਼ ਆਰ ਪ੍ਰਾਇਓਰਿਟੀ, ਤੁਹਾਡੀ ਸੁਰੱਖਿਆ ਸਾਡੀ ਪ੍ਰਾਇਓਰਿਟੀ ਹੈ, ਸਾਡੀ ਪਹਿਲ ਹੈ। ਅਗਲਾ ਸ਼ਬਦ ਹੈ ਬਾਰਡ। ਬਾਰ ਕਰਨਾ ਜਾਂ ਵਰਜਿਤ ਕਰਨਾ ਜਾਂ ਰੋਕਣਾ, ਠੀਕ ਹੈ। ਜਿਵੇਂ ਹੀ ਇਜ਼ ਬਾਰਡ ਫਰੋਮ ਦਾ ਕਾਊਂਸਲ ਮੀਟਿੰਗ, ਯਾਨੀ ਉਸ ਨੂੰ ਕਾਊਂਸਲ ਮੀਟਿੰਗ ਅਟੈਂਡ ਕਰਨ ਤੋਂ ਕੀ ਕੀਤਾ ਗਿਆ, ਰੋਕਿਆ ਗਿਆ, ਵਰਜਿਤ ਕੀਤਾ ਗਿਆ। ਤਾਂ ਬਾਰਡ ਯਾਨੀ ਵਰਜਿਤ ਕਰਨਾ। ਕਾਊਂਸਲ ਮੀਟਿੰਗ ਨੂੰ ਕਹਿ ਸਕਦੇ ਹਾਂ, ਕਾਊਂਸਲ ਹੁੰਦੀ ਸਭਾ, ਮੀਟਿੰਗ ਮੁਲਾਕਾਤ ਵੀ ਕਹਿ ਸਕਦੇ ਹਾਂ, ਮੀਟਿੰਗ ਨੂੰ ਮੀਟਿੰਗ ਵੀ ਕਹਿ ਸਕਦੇ ਹਾਂ। ਉਸ ਨੂੰ ਸਭਾ, ਸਭਾ, ਮੁਲਾਕਾਤ ਤੋਂ ਵਰਜਿਤ ਕੀਤਾ ਗਿਆ ਹੈ। ਆਖਰੀ ਸ਼ਬਦ ਹੈ ਸਟਰਕਚਰ। ਸਟਰਕਚਰ ਜਿਵੇਂ ਸਟਰਕਚਰ ਆਫ ਬਿਲਡਿੰਗ, ਯਾਨੀ ਬਿਲਡਿੰਗ ਦੀ ਬਣਤਰ। ਸਟਰਕਚਰ ਹੋ ਗਿਆ ਬਣਤਰ, ਕਿਸੇ ਵੀ ਚੀਜ਼ ਦੀ ਬਣਤਰ, ਕਿਸੇ ਵੀ ਚੀਜ਼ ਦਾ ਸਟਰਕਚਰ। ਸਟਰਕਚਰ ਤਾਂ ਹੋ ਗਿਆ ਬਣਤਰ। ਬਿਲਡਿੰਗ ਹੁੰਦੀ ਹੈ ਇਮਾਰਤ, ਠੀਕ ਹੈ। ਤਾਂ ਇਮਾਰਤ ਦੀ ਬਣਤਰ, ਇਮਾਰਤ ਦਾ ਸਟਰਕਚਰ, ਇਮਾਰਤ ਦੀ ਬਣਤਰ, ਠੀਕ ਹੈ ਜੀ। ਇਸ ਦੇ ਨਾਲ ਹੀ ਸਾਡੇ 30 ਦੇ 30 ਵਰਡਸ ਕੰਪਲੀਟ ਹੁੰਦੇ ਹਨ। ਅਸੀਂ ਸੈਂਟੈਂਸਿਸ ਦੇ ਥਰੂ ਹੋਰ ਵੀ ਬਹੁਤ ਸਾਰੇ ਨਵੇਂ ਵਰਡ ਸਿੱਖੇ। ਤਾਂ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਹੈਲਪ ਮਿਲੇਗੀ ਟਰਾਂਸਲੇਸ਼ਨ ਪਾਰਟ ਕਵਰ ਕਰਨ ਲਈ, ਠੀਕ ਹੈ ਜੀ। ਜੇ ਤੁਹਾਨੂੰ ਵੀਡੀਓ ਪਸੰਦ ਆਈ, ਤੁਸੀਂ ਵੀਡੀਓ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਫਰੈਂਡਸ ਦੇ ਨਾਲ, ਕਮੈਂਟ ਕਰਕੇ ਆਪਣਾ ਫੀਡਬੈਕ ਦੇ ਸਕਦੇ ਹੋ। ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ।